ਸਤਿ ਸ਼੍ਰੀ ਅਕਾਲ। ਚਲੋ ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦੇ ਲਿਖੇ ਇੱਕ ਬਹੁਤ ਹੀ ਡੂੰਘੇ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਇੱਕ ਐਸੀ ਰਚਨਾ ਹੈ ਜੋ ਪੂਜਾ ਜਾਂ ਇਬਾਦਤ ਬਾਰੇ ਸਾਡੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਸਕਦੀ ਹੈ। ਇਹ ਸਾਨੂੰ ਯਾਦ ਕਰਵਾਉਂਦੀ ਹੈ ਕਿ ਸਭ ਤੋਂ ਵੱਡੀ ਤੇ ਸਭ ਤੋਂ ਸੁੰਦਰ ਆਰਤੀ ਕਿਸੇ ਮੰਦਿਰ ਜਾਂ ਗੁਰਦੁਆਰੇ ਵਿੱਚ ਨਹੀਂ, ਸਗੋਂ ਪੂਰੇ ਬ੍ਰਹਿਮੰਡ ਵਿੱਚ ਹਰ ਪਲ ਹਰ ਘੜੀ ਹੋ ਰਹੀ ਹੈ। ਤਾਂ ਫਿਰ ਸਵਾਲ ਉੱਠਦਾ ਹੈ ਕਿ ਪੂਜਾ ਕਰਨ ਦਾ ਸਹੀ ਤਰੀਕਾ ਕੀ ਹੈ? ਕੀ ਇਹ ਸਿਰਫ ਕੁਝ ਰਸਮਾਂ ਜਿਵੇਂ ਦੀਵੇ ਜਗਾਉਣਾ ਜਾਂ ਧੂਪ ਦਿਖਾਉਣਾ ਬਸ ਇੱਥੋਂ ਤੱਕ ਹੀ ਹੈ, ਜਾਂ ਫਿਰ ਇਸ ਦਾ ਜਵਾਬ ਸਾਡੀ ਕਲਪਨਾ ਤੋਂ ਵੀ ਕਿਤੇ ਜ਼ਿਆਦਾ ਵੱਡਾ ਤੇ ਖੂਬਸੂਰਤ ਹੈ? ਚਲੋ ਦੇਖਦੇ ਹਾਂ ਗੁਰੂ ਸਾਹਿਬ ਇਸ ਦਾ ਜਵਾਬ ਕੁਦਰਤ ਦੇ ਵਿੱਚੋਂ ਕਿਵੇਂ ਦਿੰਦੇ ਨੇ। ਦੇਖੋ, ਇਸ ਸ਼ਬਦ ਵਿੱਚ ਦੋ ਤਰ੍ਹਾਂ ਦੀ ਆਰਤੀ ਦੀ ਗੱਲ ਹੋ ਰਹੀ ਹੈ। ਇੱਕ ਪਾਸੇ ਉਹ ਆਰਤੀ ਜਿਸ ਨੂੰ ਅਸੀਂ ਆਮ ਤੌਰ ਤੇ ਜਾਣਦੇ ਹਾਂ, ਥਾਲੀ, ਦੀਵੇ ਤੇ ਧੂਪ ਵਾਲੀ, ਪਰ ਦੂਜੇ ਪਾਸੇ ਗੁਰੂ ਸਾਹਿਬ ਇੱਕ ਹੋਰ ਹੀ ਆਰਤੀ ਵੱਲ ਇਸ਼ਾਰਾ ਕਰ ਰਹੇ ਨੇ। ਇੱਕ ਐਸੀ ਪੂਜਾ ਜੋ ਸਾਰਾ ਬ੍ਰਹਮੰਡ ਹਰ ਪਲ ਆਪਣੇ ਬਣਾਉਣ ਵਾਲੇ ਲਈ ਕਰ ਰਿਹਾ ਹੈ। ਇਹ ਸੋਚੋ ਕਿੰਨੀ ਕ੍ਰਾਂਤੀਕਾਰੀ ਗੱਲ ਹੈ। ਤਾਂ ਚਲੋ ਇਸ ਮਹਾਨ ਕੁਦਰਤੀ ਪੂਜਾ ਦਾ ਹਿੱਸਾ ਬਣੀਏ। ਗੁਰੂ ਨਾਨਕ ਦੇਵ ਜੀ ਸਾਨੂੰ ਸ਼ਬਦਾਂ ਨਾਲ ਇੱਕ ਐਸੀ ਤਸਵੀਰ ਦਿਖਾਉਂਦੇ ਨੇ ਜਿੱਥੇ ਪੂਰਾ ਬ੍ਰਹਮੰਡ ਹੀ ਇੱਕ ਪੂਜਾ ਦੀ ਥਾਲੀ ਬਣ ਗਿਆ ਹੈ। ਆਓ ਇਸ ਬ੍ਰਹਮੰਡੀ ਆਰਤੀ ਦੇ ਇੱਕ ਹਿੱਸੇ ਨੂੰ ਧਿਆਨ ਨਾਲ ਵੇਖੀਏ। ਜ਼ਰਾ ਕਲਪਨਾ ਕਰਕੇ ਦੇਖੋ, ਸਾਰਾ ਆਕਾਸ਼, ਪੂਰਾ ਦਾ ਪੂਰਾ ਆਸਮਾਨ ਇੱਕ ਵੱਡੀ ਸਾਰੀ ਥਾਲੀ ਹੈ, ਤੇ ਇਸ ਥਾਲੀ 'ਚ ਦੀਵੇ ਕਿਹੜੇ ਨੇ? ਕੋਈ ਮਿੱਟੀ ਦੇ ਦੀਵੇ ਨਹੀਂ, ਕੋਈ ਧਾਤ ਦੇ ਨਹੀਂ, ਸਗੋਂ ਖੁਦ ਸੂਰਜ ਤੇ ਚੰਨ। ਸੋਚੋ, ਇਹ ਸਭ ਤੋਂ ਵੱਡੇ ਦੀਵੇ ਨੇ ਜੋ ਇਸ ਬ੍ਰਹਮੰਡੀ ਆਰਤੀ ਨੂੰ ਰੌਸ਼ਨ ਕਰ ਰਹੇ ਨੇ। ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਇਹ ਬ੍ਰਹਮੰਡੀ ਥਾਲੀ ਸਿਰਫ ਰੌਸ਼ਨ ਹੀ ਨਹੀਂ, ਸਗੋਂ ਸਜੀ ਹੋਈ ਵੀ ਹੈ। ਤੇ ਇਸ ਵਿੱਚ ਮੋਤੀ ਕਿਹੜੇ ਨੇ? ਇਹ ਨੇ ਅਰਬਾਂ ਖਰਬਾਂ ਤਾਰੇ, ਜਿਹੜੇ ਰਾਤ ਨੂੰ ਅਸਮਾਨ 'ਚ ਮੋਤੀਆਂ ਵਾਂਗ ਚਮਕਦੇ ਨੇ। ਸੋਚ ਕੇ ਦੇਖੋ, ਪੂਰੀਆਂ ਦੀਆਂ ਪੂਰੀਆਂ ਗੈਲੈਕਸੀਆਂ ਇਸ ਆਰਤੀ ਦੀ ਸਜਾਵਟ ਦਾ ਸਮਾਨ ਬਣ ਗਈਆਂ ਨੇ। ਅੱਛਾ, ਹਰ ਆਰਤੀ 'ਚ ਧੂਪ ਦੀ ਸੁਗੰਧ ਵੀ ਤਾਂ ਹੁੰਦੀ ਹੈ, ਤਾਂ ਇਸ ਬ੍ਰਹਮੰਡੀ ਆਰਤੀ ਵਿੱਚ ਧੂਪ ਕੀ ਹੈ? ਗੁਰੂ ਸਾਹਿਬ ਕਹਿੰਦੇ ਨੇ, ਧੂਪ ਮਲਿਆਂ ਨੂੰ, ਯਾਨੀ ਮਲੇ ਪਰਵਤ ਤੋਂ ਆਉਣ ਵਾਲੀ ਚੰਦਨ ਦੀ ਖੁਸ਼ਬੂ ਨਾਲ ਭਰੀ ਹੋਈ ਹਵਾ। ਇੱਥੇ ਧੂਪ ਜਲਾਇਆ ਨਹੀਂ ਜਾ ਰਿਹਾ, ਸਗੋਂ ਕੁਦਰਤ ਖੁਦ ਹੀ ਆਪਣੀ ਮਹਿਕ ਖਿਲਾ ਰਹੀ ਹੈ। ਆਮ ਤੌਰ ਤੇ ਪੂਜਾ ਵਿੱਚ ਚੌਰ ਚਲਾਇਆ ਜਾਂਦਾ ਹੈ, ਤਾਂ ਇਸ ਵੱਡੀ ਆਰਤੀ ਵਿੱਚ ਇਹ ਸੇਵਾ ਕੌਣ ਕਰ ਰਿਹਾ ਹੈ? ਖੁਦ ਹਵਾ। ਹਰ ਪਾਸੇ ਵਗਦੀ ਹੋਈ ਹਵਾ ਉਸ ਇੱਕ ਮਾਲਿਕ ਉੱਤੇ ਚੌਰ ਕਰ ਰਹੀ ਹੈ, ਉਸ ਦੀ ਸੇਵਾ ਵਿੱਚ ਲੱਗੀ ਹੋਈ ਹੈ। ਤੇ ਫੁੱਲਾਂ ਦੀ ਭੇਟਾ, ਉਸ ਦੇ ਲਈ ਵੀ ਕਿਤੇ ਜਾਣ ਦੀ ਲੋੜ ਨਹੀਂ ਹੈ। ਸਗਲ ਬਨਰਾਏ, ਯਾਨੀ ਧਰਤੀ ਦੀ ਸਾਰੀ ਬਨਸਪਤੀ, ਹਰ ਜੰਗਲ, ਹਰ ਪੌਦਾ ਜੋ ਖਿੜ ਰਿਹਾ ਹੈ, ਉਹ ਲਗਾਤਾਰ ਉਸ ਮਾਲਕ ਨੂੰ ਫੁੱਲ ਚੜਾ ਰਿਹਾ ਹੈ। ਪੂਰੀ ਧਰਤੀ ਹੀ ਜਿਵੇਂ ਇੱਕ ਜਿਉਂਦਾ ਜਾਗਦਾ ਗੁਲਦਸਤਾ ਬਣ ਗਈ ਹੋਵੇ। ਇਹ ਸਾਰਾ ਨਜ਼ਾਰਾ ਦੇਖ ਕੇ ਗੁਰੂ ਸਾਹਿਬ ਦੇ ਮਨ 'ਚੋਂ ਅਚੰਭੇ ਤੇ ਸ਼ਰਧਾ ਨਾਲ ਆਵਾਜ਼ ਨਿਕਲਦੀ ਹੈ, ਹੇ ਭਵਖੰਡਨ, ਹੇ ਸਾਰੇ ਡਰਾਂ ਨੂੰ ਖਤਮ ਕਰਨ ਵਾਲੇ, ਇਹ ਤੇਰੀ ਕਿੰਨੀ ਹੀ ਕਮਾਲ ਦੀ, ਕਿੰਨੀ ਅਦਭੁਤ ਆਰਤੀ ਹੋ ਰਹੀ ਹੈ। ਇਹ ਕੋਈ ਇਨਸਾਨੀ ਰਸਮ ਨਹੀਂ, ਇਹ ਤਾਂ ਬ੍ਰਹਿਮੰਡ ਦੀ ਧੜਕਣ ਹੈ, ਇੱਕ ਜਿਉਂਦੀ ਜਾਗਦੀ ਪੂਜਾ। ਠੀਕ ਹੈ, ਇਹ ਬ੍ਰਹਮੰਡੀ ਆਰਤੀ ਤਾਂ ਬਹੁਤ ਸ਼ਾਨਦਾਰ ਹੈ, ਪਰ ਇਹ ਹੋ ਕਿਸ ਲਈ ਰਹੀ ਹੈ? ਉਸ ਮਾਲਿਕ ਦਾ ਰੂਪ ਕੀ ਹੈ ਜਿਸ ਦੀ ਪੂਜਾ ਸੂਰਜ, ਚੰਨ ਤੇ ਤਾਰੇ ਕਰ ਰਹੇ ਨੇ? ਹੁਣ ਆਪਾਂ ਸ਼ਬਦ ਦੇ ਦਾਰਸ਼ਨਿਕ ਹਿੱਸੇ ਵੱਲ ਵਧਦੇ ਹਾਂ, ਜਿੱਥੇ ਗੁਰੂ ਸਾਹਿਬ ਹਜ਼ਾਰਾਂ ਰੂਪਾਂ ਪਿੱਛੇ ਛੁਪੇ ਹੋਏ ਇੱਕ ਸੱਚ ਦਾ ਰਾਜ਼ ਖੋਲਦੇ ਨੇ। ਇਹ ਗੱਲ ਥੋੜੀ ਸਮਝਣ ਵਾਲੀ ਹੈ, ਬੜੀ ਡੂੰਗੀ ਹੈ। ਗੁਰੂ ਸਾਹਿਬ ਕਹਿੰਦੇ ਨੇ, ਉਸ ਮਾਲਿਕ ਦੀਆਂ ਹਜ਼ਾਰਾਂ ਅੱਖਾਂ ਨੇ, ਕਿਉਂਕਿ ਉਹ ਹਰ ਜੀਵ ਦੇ ਅੰਦਰ ਹੈ ਤੇ ਸਾਰਿਆਂ ਦੀਆਂ ਅੱਖਾਂ ਰਾਹੀਂ ਦੇਖ ਰਿਹਾ ਹੈ। ਪਰ ਨਾਲ ਹੀ ਉਸ ਦੀ ਆਪਣੀ ਕੋਈ ਅੱਖ ਨਹੀਂ ਹੈ, ਕਿਉਂਕਿ ਉਹ ਨਿਰਾਕਾਰ ਹੈ, ਕਿਸੇ ਇੱਕ ਸਰੀਰ 'ਚ ਕੈਦ ਨਹੀਂ ਹੈ। ਬਿਲਕੁਲ ਉਸੇ ਤਰ੍ਹਾਂ ਉਸ ਮਾਲਿਕ ਦੇ ਹਜ਼ਾਰਾਂ ਰੂਪ ਨੇ, ਕਿਉਂਕਿ ਉਹ ਦੁਨੀਆ ਦੀ ਹਰ ਚੀਜ਼ 'ਚ, ਹਰ ਜੀਵ ਦੇ ਅੰਦਰ ਮੌਜੂਦ ਹੈ। ਪਰ ਇਸ ਦੇ ਨਾਲ ਹੀ ਉਸ ਦਾ ਆਪਣਾ ਕੋਈ ਇੱਕ ਖਾਸ ਰੂਪ ਨਹੀਂ ਹੈ। ਉਹ ਕਿਸੇ ਵੀ ਇੱਕ ਮੂਰਤ ਜਾਂ ਆਕਾਰ ਤੋਂ ਕਿਤੇ ਵੱਡਾ ਹੈ। ਇਹੀ ਉਸ ਦੇ ਸਰਵ ਵਿਆਪਕ ਤੇ ਨਿਰਾਕਾਰ ਹੋਣ ਦਾ ਸਿਧਾਂਤ ਹੈ। ਤਾਂ ਫਿਰ ਜੇ ਸਾਰਾ ਬ੍ਰਹਮੰਡ ਪਹਿਲਾਂ ਹੀ ਆਰਤੀ ਕਰ ਰਿਹਾ ਹੈ, ਤਾਂ ਫਿਰ ਇਨਸਾਨ ਦਾ ਕੀ ਕੰਮ ਹੈ? ਕਿ ਸਾਨੂੰ ਕੁਝ ਕਰਨ ਦੀ ਲੋੜ ਹੈ? ਇਸ ਸਵਾਲ ਦੇ ਜਵਾਬ ਵਿੱਚ ਗੁਰੂ ਸਾਹਿਬ ਸਾਨੂੰ ਸੱਚੀ ਆਰਤੀ ਦਾ ਰਸਤਾ ਦਿਖਾਉਂਦੇ ਨੇ। ਇੱਕ ਐਸਾ ਰਸਤਾ ਜੋ ਬਾਹਰ ਨਹੀਂ, ਸਗੋਂ ਸਾਡੇ ਆਪਣੇ ਅੰਦਰ ਜਾਂਦਾ ਹੈ। ਤੇ ਇਹੀ ਹੈ ਇਸ ਪੂਰੇ ਸ਼ਬਦ ਦਾ ਦਿਲ, ਇਸ ਦਾ ਸੈਂਟਰਲ ਆਈਡੀਆ। ਗੁਰੂ ਸਾਹਿਬ ਕਹਿੰਦੇ ਨੇ ਕਿ ਹਰ ਜੀਵ ਦੇ ਅੰਦਰ, ਚਾਹੇ ਉਹ ਕੋਈ ਵੀ ਹੋਵੇ, ਉਹੀ ਇੱਕ ਰੱਬੀ ਜੋਤ, ਉਹੀ ਇੱਕ ਰੌਸ਼ਨੀ ਹੈ। ਤੇ ਉਸੇ ਇੱਕ ਜੋਤ ਦੇ ਚਾਨਣ ਨਾਲ ਹੀ ਸਾਡੇ ਸਾਰਿਆਂ ਦੇ ਅੰਦਰ ਜੀਵਨ, ਸੋਚ ਤੇ ਸਮਝ ਦਾ ਚਾਨਣ ਹੈ। ਕੋਈ ਵੀ ਇਸ ਬ੍ਰਹਮੰਡੀ ਸੱਚ ਤੋਂ ਬਾਹਰ ਨਹੀਂ ਹੈ। ਤਾਂ ਫਿਰ ਸੱਚੀ ਆਰਤੀ ਹੈ ਕੀ? ਇਸ ਨੂੰ 4 ਸਟੈਪਸ ਵਿੱਚ ਸਮਝਦੇ ਹਾਂ। ਪਹਿਲਾ, ਇਹ ਜਾਣਨਾ ਕਿ ਉਹ ਜੋਤ ਸਾਰਿਆਂ 'ਚ ਹੈ। ਦੂਜਾ, ਇਹ ਸਮਝਣਾ ਕਿ ਸਾਰਾ ਗਿਆਨ ਉਸੇ ਜੋਤ ਤੋਂ ਆ ਰਿਹਾ ਹੈ। ਤੀਜਾ, ਇਹ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਮਿਲਦਾ ਹੈ। ਤੇ ਸਭ ਤੋਂ ਜ਼ਰੂਰੀ ਚੌਥਾ ਕਦਮ,
ਸੱਚੀ ਆਰਤੀ ਹੈ ਪ੍ਰਭੂ ਦੀ ਰਜ਼ਾ ਵਿੱਚ ਰਹਿਣਾ। ਜੋ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਖੁਸ਼ੀ ਨਾਲ ਮੰਨ ਲੈਣਾ ਹੀ ਅਸਲ ਪੂਜਾ ਹੈ। ਹੁਣ ਦੇਖੋ, ਗੱਲ ਬ੍ਰਹਿਮੰਡ ਦੀ ਵਿਸ਼ਾਲਤਾ ਤੋਂ ਮੁੜ ਕੇ ਬਹੁਤ ਹੀ ਨਿੱਜੀ, ਬਹੁਤ ਪਰਸਨਲ ਹੋ ਜਾਂਦੀ ਹੈ। ਇਹ ਹੁਣ ਬ੍ਰਹਿਮੰਡ ਦੀ ਆਵਾਜ਼ ਨਹੀਂ, ਸਗੋਂ ਇੱਕ ਭਗਤ ਦੇ ਦਿਲ ਦੀ ਆਵਾਜ਼ ਹੈ। ਇੱਕ ਐਸੀ ਪਿਆਸ ਜੋ ਸਿਰਫ ਤੇ ਸਿਰਫ ਮਾਲਿਕ ਦੀ ਕਿਰਪਾ ਨਾਲ ਹੀ ਬੁਝ ਸਕਦੀ ਹੈ। ਇਹ ਤੁਕ ਕਿੰਨੀ ਖੂਬਸੂਰਤ ਹੈ। ਇੱਥੇ ਭਗਤ ਦਾ ਮਨ ਪ੍ਰਭੂ ਦੇ ਚਰਨ ਕਮਲਾਂ ਦੇ ਮਕਰੰਦ ਯਾਨੀ ਫੁੱਲਾਂ ਦੇ ਰਸ ਲਈ ਤਰਸ ਰਿਹਾ ਹੈ, ਉਸ ਲਈ ਲਲਚਾ ਰਿਹਾ ਹੈ। ਇਹ ਇੱਕ ਐਸੀ ਪਿਆਸ ਹੈ ਜੋ ਦਿਨ ਰਾਤ ਲੱਗੀ ਰਹਿੰਦੀ ਹੈ। ਇਹ ਰੱਬੀ ਪਿਆਰ ਦੀ ਡੂੰਘਾਈ ਨੂੰ ਦੱਸਦੀ ਹੈ। ਇਸ ਪਿਆਸ ਨੂੰ ਸਮਝਾਉਣ ਲਈ ਗੁਰੂ ਸਾਹਿਬ ਇੱਕ ਪੰਛੀ ਦੀ ਮਿਸਾਲ ਦਿੰਦੇ ਨੇ, ਸਾਰਿੰਗ ਪੰਛੀ, ਜਿਸ ਨੂੰ ਆਪਾਂ ਪਪੀਹਾ ਵੀ ਕਹਿੰਦੇ ਹਾਂ। ਮੰਨਿਆ ਜਾਂਦਾ ਹੈ ਕਿ ਪੰਛੀ ਸਿਰਫ ਅਸਮਾਨੋਂ ਡਿੱਗਦੀ ਮੀਂਹ ਦੀ ਬੂੰਦ ਹੀ ਪੀਂਦਾ ਹੈ, ਭਾਵੇਂ ਥੱਲੇ ਨਦੀਆਂ ਤਲਾਬ ਪਾਣੀ ਨਾਲ ਭਰੇ ਪਏ ਹੋਣ। ਬਿਲਕੁਲ ਇਸੇ ਤਰ੍ਹਾਂ ਸੱਚਾ ਭਗਤ ਵੀ ਦੁਨਿਆਵੀ ਚੀਜ਼ਾਂ ਨੂੰ ਛੱਡ ਕੇ ਸਿਰਫ ਮਾਲਿਕ ਦੀ ਕਿਰਪਾ ਦੀ ਇੱਕ ਬੂੰਦ ਲਈ ਹੀ ਤਰਸਦਾ ਹੈ। ਅਤੇ ਇੱਥੇ ਆ ਕੇ ਸਾਨੂੰ ਇਸ ਸ਼ਬਦ ਦਾ ਪੂਰਾ ਨਿਚੋੜ ਮਿਲ ਜਾਂਦਾ ਹੈ। ਸਭ ਤੋਂ ਉੱਚੀ ਪੂਜਾ ਕੀ ਹੈ? ਸਭ ਤੋਂ ਸੱਚੀ ਆਰਤੀ ਕੀ ਹੈ? ਇਹ ਹੈ ਪ੍ਰਭੂ ਦੀ ਰਜ਼ਾ ਵਿੱਚ ਰਹਿਣਾ। ਜੋ ਉਸ ਨੂੰ ਪਾਉਂਦਾ ਹੈ, ਜੋ ਕੁਝ ਵੀ ਹੋ ਰਿਹਾ ਹੈ, ਉਸ ਨੂੰ ਮਿੱਠਾ ਕਰਕੇ ਮੰਨ ਲੈਣਾ ਹੀ ਸਭ ਤੋਂ ਵੱਡੀ ਭਗਤੀ ਹੈ। ਇਸ ਲਈ ਇਹ ਸ਼ਬਦ ਸਾਨੂੰ ਸਾਰਿਆਂ ਨੂੰ ਇੱਕ ਸਵਾਲ ਦੇ ਨਾਲ ਛੱਡ ਜਾਂਦਾ ਹੈ। ਜੇਕਰ ਸਾਰਾ ਬ੍ਰਹਮਾਂਡ, ਸੂਰਜ, ਚੰਨ, ਤਾਰੇ, ਹਵਾ, ਪਾਣੀ ਸਭ ਕੁਝ ਪਹਿਲਾਂ ਹੀ ਉਸ ਦੀ ਪੂਜਾ 'ਚ ਲੱਗੇ ਹੋਏ ਨੇ, ਤਾਂ ਫਿਰ ਇਸ ਮਹਾਨ ਆਰਤੀ ਵਿੱਚ ਸਾਡੀ ਕੀ ਭੂਮਿਕਾ ਹੈ? ਸਾਡਾ ਯੋਗਦਾਨ ਕੀ ਹੋ ਸਕਦਾ ਹੈ? ਇਸ ਦਾ ਜਵਾਬ ਸ਼ਾਇਦ ਹਰ ਕਿਸੇ ਨੂੰ ਆਪਣੇ ਅੰਦਰ ਹੀ ਲੱਭਣਾ ਪਵੇਗਾ।